हाँ जी, एम इंस्ट्रक्टर बेसिक कॉस्मेटोलॉजी फ्रॉम बाबा फरीद IT ਪੁੱਛੋ। ਜਿਵੇਂ ਕਿ ਅਸੀਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਸਕਿਨ ਸਟਰਕਚਰ ਜਾਂ ਸਕਿਨ ਟਾਈਪਸ ਬਾਰੇ ਗੱਲ ਕੀਤੀ ਸੀ, ਤਾਂ ਇਸ ਵੀਡੀਓ ਦੇ ਵਿੱਚ ਅਸੀਂ ਪਰਸਨੈਲਿਟੀ ਡਿਵੈਲਪਮੈਂਟ ਬਾਰੇ ਗੱਲ ਕਰ ਰਹੇ ਹਾਂ, ਜੋ ਕਿ ਸਾਡੇ ਬੇਸਿਕ ਕੌਸਮੈਟੋਲੋਜੀ ਦਾ ਫਸਟ ਟੌਪਿਕ ਹੈ। ਉਸ ਬਾਰੇ ਅਸੀਂ ਗੱਲ ਕਰ ਰਹੇ ਹਾਂ। ਜਿਵੇਂ ਕਿ ਅਸੀਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵਾਟ ਇਜ਼ ਪਰਸਨੈਲਿਟੀ। ਜਿਵੇਂ ਕਿ ਸਾਨੂੰ ਪਤਾ ਹੈ ਜਿਹੜੀ ਪਰਸਨੈਲਿਟੀ ਹੈ ਸਾਡੀ, ਉਹ ਵਧੀਆ ਕੱਪੜੇ ਜਾਂ ਸੋਹਣੇ ਕੱਪੜੇ ਪਾਉਣ ਨਾਲ ਸਾਡੀ ਪਰਸਨੈਲਿਟੀ ਨਹੀਂ ਬਣਦੀ, ਤਾਂ ਇਸ ਵਿੱਚ ਹੋਰ ਬਹੁਤ ਚੀਜ਼ਾਂ ਮੈਟਰ ਕਰਦੀਆਂ ਨੇ। ਪਰਸਨੈਲਿਟੀ ਇਜ਼ ਟੋਟੈਲਿਟੀ ਆਫ ਐਨ ਇੰਡੀਵਿਜੂਅਲਸ ਬਿਹੇਵੀਅਰ, ਐਟੀਟਿਊਡ, ਈਗੋ, ਇੰਟਰਸਟਸ, ਇਮੋਸ਼ਨਲ ਰਿਸਪੋਂਸਿਸ ਐਂਡ ਸੋਸ਼ਲ ਰੂਲਸ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਸਾਡੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ। ਜਿਵੇਂ ਸਭ ਤੋਂ ਪਹਿਲਾਂ ਸਾਡਾ ਬਿਹੇਵੀਅਰ ਹੈ। ਸਾਡਾ ਇਹ ਜਿਹੜਾ ਬਿਹੇਵੀਅਰ ਹੈ ਸਾਡਾ ਕਿਸ ਤਰ੍ਹਾਂ ਦਾ, ਦੂਜਿਆਂ ਨਾਲ ਅਸੀਂ ਕਿਸ ਤਰ੍ਹਾਂ ਗੱਲਬਾਤ ਕਰ ਰਹੇ ਹਾਂ। ਐਂਡ ਇਸ ਤੋਂ ਬਿਨਾਂ ਜਿਹੜਾ ਸਾਡੇ ਅੰਦਰ ਐਟੀਟਿਊਡ ਹੈ, ਈਗੋ ਹੈ, ਐਂਡ ਸਾਡੀ ਇੰਟਰਸਟ, ਜਿਹੜੀ ਸਾਡੀ ਦਿਲਚਸਪੀ ਹੈ, ਜਾਂ ਸਾਡੇ ਰਿਸਪੋਂਸਿਸ ਨੇ, ਸਾਡੇ ਸੋਸ਼ਲ ਰੂਲਸ ਨੇ, ਉਹ ਵੀ ਇਸ ਵਿੱਚ ਆਇਡੈਂਟੀਫਾਈ ਕੀਤੇ ਜਾਂਦੇ ਨੇ। ਇਸ ਤੋਂ ਬਿਨਾਂ ਕੀ ਮਤਲਬ ਪਰਸਨੈਲਿਟੀ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਮਿਲਾ ਕੇ ਇੱਕ ਵਧੀਆ ਪਰਸਨੈਲਿਟੀ ਬਣਦੀ ਹੈ। ਜਿਵੇਂ ਕਿ ਅਸੀਂ ਵਧੀਆ ਕੱਪੜੇ ਪਾਉਣ ਨਾਲ ਕਿਸੇ ਨੂੰ ਜੱਜ ਨਹੀਂ ਕਰ ਸਕਦੇ, ਕਿ ਡਰੈਸਅਪ ਤੋਂ ਜੱਜ ਨਹੀਂ ਕਰ ਸਕਦੇ। ਬੋਲ ਚਾਲ ਜਾਂ ਬਿਹੇਵੀਅਰ ਵੀ ਇੱਕ ਇਸ ਵਿੱਚ ਇੰਪੋਰਟੈਂਟ ਥਿੰਗ ਹੈ। ਸਭ ਤੋਂ ਹੁਣ ਅਸੀਂ ਨੈਕਸਟ ਗੱਲ ਕਰਦੇ ਹਾਂ ਗੁੱਡ ਪਰਸਨੈਲਿਟੀ। ਗੁੱਡ ਪਰਸਨੈਲਿਟੀ ਦੇ ਵਿੱਚ ਸਾਨੂੰ ਕੀ ਚਾਹੀਦਾ ਹੈ। ਪਰਸਨੈਲਿਟੀ ਦੇ ਵਿੱਚ ਵਧੀਆ ਪਰਸਨੈਲਿਟੀ ਬਣਾਉਣ ਲਈ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਚਾਹੀਦੀਆਂ ਨੇ, ਠੀਕ ਹੈ, ਜਿਸ ਦੇ ਵਿੱਚ ਅਸੀਂ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਸਾਨੂੰ ਕੀ ਚਾਹੀਦਾ ਹੈ, ਜਿਵੇਂ ਕਿ ਸਭ ਤੋਂ ਪਹਿਲਾਂ ਸਾਨੂੰ ਗੁੱਡ ਫਿਜ਼ਿਕ, ਜਿਹੜੀ ਸਾਡੀ ਮਤਲਬ ਫਿਜ਼ੀਕਲੀ ਸਾਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। ਅਸੀਂ ਵਧੀਆ ਤੰਦਰੁਸਤ ਹੋਣੀ ਚਾਹੀਦੀ ਹੈ। ਸਾਡੀ ਸਿਹਤ ਹੈ ਜਿਹੜੀ ਵਧੀਆ ਤੰਦਰੁਸਤ, ਸਾਡਾ ਸਰੀਰ ਵਧੀਆ ਹੋਣਾ ਚਾਹੀਦਾ। ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਵੀਕਨੈਸ ਵਗੈਰਾ ਨਹੀਂ ਹੋਣੀ ਚਾਹੀਦੀ। ਇਹ ਵੀ ਸਾਡੀ ਇੱਕ ਪਰਸਨੈਲਿਟੀ ਦਾ ਹਿੱਸਾ ਹੁੰਦਾ ਹੈ ਕਿ ਸਾਡਾ ਜਿਹੜਾ ਸਰੀਰ ਹੈ ਉਹ ਵਧੀਆ ਅਤੇ ਤੰਦਰੁਸਤ ਹੋਵੇ। ਨੈਕਸਟ ਹੈ ਪਲੀਜ਼ਿੰਗ ਮੈਨਰਸ। ਇਹ ਹੁੰਦੇ ਨੇ ਸੰਸਕਾਰ, ਕਿ ਅਸੀਂ ਕਿਸੇ ਨੂੰ ਕਿਸ ਤਰ੍ਹਾਂ ਮਿਲਦੇ ਹਾਂ, ਕਿਸ ਤਰ੍ਹਾਂ ਦੀ ਗੱਲਬਾਤ ਕਰਦੇ ਹਾਂ। ਕਈ ਲੋਕਾਂ ਦੀ ਆਦਤ ਹੁੰਦੀ ਜਿਵੇਂ ਕਿ ਸ਼ੋਅ ਆਫ ਜ਼ਿਆਦਾ ਕਰਨਾ, ਇਸ ਤਰ੍ਹਾਂ ਦੀਆਂ ਗੱਲਾਂ। ਕਿਸੇ ਨੂੰ ਮਿਲ ਕੇ ਕਿਸੇ ਨਾਲ ਵਧੀਆ ਤਰੀਕੇ ਨਾਲ ਗੱਲਬਾਤ ਕਰਨਾ, ਡੀਲ ਕਰਨਾ, ਇਹ ਤੁਹਾਡੀ ਪਲੀਜ਼ਿੰਗ ਮੈਨਰਸ ਨੇ, ਤੁਹਾਡੇ ਸੰਸਕਾਰ ਨੇ। ਇਹ ਤੁਹਾਡੀ ਪਰਸਨੈਲਿਟੀ ਲਈ ਬਹੁਤ ਮਾਇਨੇ ਰੱਖਦੇ ਨੇ। ਨੈਕਸਟ ਹੈ ਅਪੀਅਰੈਂਸ। ਤੁਹਾਡਾ ਅਪੀਅਰੈਂਸ ਹੈ ਜਿਹੜਾ ਤੁਹਾਡਾ ਸਾਫ਼ ਸੁਥਰਾ ਹੋਣਾ ਚਾਹੀਦਾ। ਜਿਵੇਂ ਆਪਣੇ ਆਪ ਦੀ ਸਫਾਈ, ਕੱਪੜਿਆਂ ਦੀ ਸਫਾਈ, ਡੇਲੀ ਰੂਟੀਨ ਦੇ ਵਿੱਚ ਤੁਹਾਨੂੰ ਇਹਨਾਂ ਸਾਰੀਆਂ ਚੀਜ਼ਾਂ ਦੀ ਕੇਅਰ ਕਰਨੀ ਚਾਹੀਦੀ ਜਿਨ੍ਹਾਂ ਨਾਲ ਤੁਸੀਂ ਜੁੜੇ ਹੋਏ ਹੋ। ਇੰਟੈਲੀਜੈਂਸ, ਦਿਮਾਗ ਸਭ ਕੋਲ ਹੁੰਦਾ ਹੈ, ਬਟ ਅਸੀਂ ਆਪਣੇ ਹਿਸਾਬ ਨਾਲ ਦਿਮਾਗ ਵਰਤਦੇ ਹਾਂ। ਜੋ ਪ੍ਰੋਪਰ ਤਰੀਕੇ ਨਾਲ ਆਪਣਾ ਦਿਮਾਗ ਵਰਤਦੇ ਆ ਉਸਨੂੰ ਇੰਟੈਲੀਜੈਂਸ ਕਹਿੰਦੇ ਨੇ। ਸਮਾਰਟਨੈਸ, ਸਮਾਰਟ ਵੀ ਸਾਨੂੰ ਹੋਣਾ ਚਾਹੀਦਾ। ਇਹ ਨਹੀਂ ਹੈਗਾ ਕਿ ਅਸੀਂ ਪਾਗਲਾਂ ਦੀ ਤਰ੍ਹਾਂ ਕਿਸੇ ਗੱਲ 'ਤੇ ਬੋਲੀ ਜਾ ਰਹੇ ਹਾਂ, ਕੰਮ ਕਰੀ ਜਾ ਰਹੇ ਹਾਂ। ਇਸ ਤੋਂ ਇਲਾਵਾ ਸਾਨੂੰ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਹੋਣਾ ਚਾਹੀਦਾ ਕਿ ਕੀ ਸਾਡੇ ਲਈ ਸਹੀ ਹੈ ਅਤੇ ਕੀ ਨਹੀਂ। ਟਰੱਸਟਵਰਦੀਨੈਸ, ਸਾਡੇ ਅੰਦਰ ਵਿਸ਼ਵਾਸ ਹੋਣਾ ਚਾਹੀਦਾ ਹੈ। ਆਪਣੇ ਆਪ ਲਈ, ਕਿਸੇ ਕੰਮ ਲਈ ਵਿਸ਼ਵਾਸ ਕਰਨਾ, ਜਾਂ ਦੂਜਿਆਂ ਉੱਪਰ ਵਿਸ਼ਵਾਸ ਕਰਨ ਦੀ ਆਦਤ ਵੀ ਹੋਣੀ ਚਾਹੀਦੀ ਹੈ, ਪਰ ਬਹੁਤ ਜ਼ਿਆਦਾ ਨਹੀਂ। ਅਤੇ ਕੰਮ ਨੂੰ ਲੈ ਕੇ ਆਪਣੇ ਆਪ 'ਤੇ ਵਿਸ਼ਵਾਸ ਹੋਣਾ ਚਾਹੀਦਾ ਹੈ। ਨੈਕਸਟ ਹੈ ਰੀਐਬਿਲਿਟੀ। ਇਹਦਾ ਮਤਲਬ ਹੈ ਕਿ ਜਾਣੇ ਕਿ ਅਸੀਂ ਕਿਸੇ ਵੀ ਰਿਲੇਬਲ ਹਾਂ, ਮਤਲਬ ਕਿ ਅਸੀਂ ਕਿਸੇ ਵੀ ਸਿਚੁਏਸ਼ਨ ਨੂੰ ਕਿਸ ਤਰ੍ਹਾਂ ਐਡਜਸਟ ਕਰ ਸਕਦੇ ਹਾਂ। ਕਿਸੇ ਵੀ ਸਿਚੁਏਸ਼ਨ ਨੂੰ ਈਜ਼ੀਲੀ, ਉਸ ਸਿਚੁਏਸ਼ਨ ਨੂੰ ਲੈ ਕੇ ਅਸੀਂ ਵੀ ਕਿੰਨਾ ਕੁ ਈਜ਼ੀ ਉਸਨੂੰ ਵਧੀਆ ਤਰੀਕੇ ਨਾਲ ਜਿਹੜਾ ਉਹਦਾ ਹੈਗਾ ਵੀ ਸਲਿਊਸ਼ਨ ਉਹਦਾ ਕੱਢ ਸਕਦੇ ਹਾਂ। ਰਿਸਪੋਂਸੀਬਿਲਿਟੀ ਹੈ, ਜਿਵੇਂ ਕਿ ਸਾਡੀ ਜ਼ਿੰਮੇਵਾਰੀ ਹੈ ਕਿਸੇ ਚੀਜ਼ ਨੂੰ ਲੈ ਕੇ, ਆਪਣੀ ਫੈਮਿਲੀ, ਫਰੈਂਡਸ, ਆਪਣੀ ਡਿਊਟੀ ਨੂੰ ਲੈ ਕੇ ਅਸੀਂ ਕਿੰਨੀ ਕੁ ਆਪਣੀ ਰਿਸਪੋਂਸੀਬਿਲਿਟੀ ਜਿਹੜੀ ਨਿਭਾ ਰਹੇ ਹਾਂ, ਕਿਸ ਤਰ੍ਹਾਂ ਰਿਸਪੋਂਸੀਬਿਲਿਟੀ ਜਿਹੜੀ ਪੂਰਾ ਕਰ ਰਹੇ ਹਾਂ। ਨੈਕਸਟ ਹੈ ਪਰਸਨਲ ਇੰਟੀਗ੍ਰਿਟੀ। ਜਿਹੜੇ ਸਾਡੇ ਅੰਦਰ ਖੁਦ ਲਈ ਰਿਸਪੈਕਟ ਹੋਣੀ ਚਾਹੀਦੀ ਹੈ, ਜਿਸ ਨੂੰ ਪਰਸਨਲ ਇੰਟੀਗ੍ਰਿਟੀ ਕਹਿੰਦੇ ਨੇ। ਇਹ ਸਭ ਅੰਦਰ ਹੋਣੀ ਚਾਹੀਦੀ, ਜਿਸ ਨੂੰ ਅਸੀਂ ਸੈਲਫ ਰਿਸਪੈਕਟ ਵੀ ਕਹਿੰਦੇ ਹਾਂ। ਇਹ ਸਾਡੀ ਪਰਸਨੈਲਿਟੀ ਲਈ ਬਹੁਤ ਜ਼ਰੂਰੀ ਹੈ। ਨੈਕਸਟ ਹੈ ਪ੍ਰੋਫੈਸ਼ਨਲ ਫਰੰਟਸ। ਜਿਵੇਂ ਕਿ ਅਸੀਂ ਕਿਸੇ ਵੀ ਪ੍ਰੋਫੈਸ਼ਨ ਵਿੱਚ ਹਾਂ, ਡਾਕਟਰ ਹੈ, ਟੀਚਰ ਹੈ, ਇੰਜੀਨੀਅਰ, ਜਾਂ ਕੁਝ ਵੀ ਕਿਸੇ ਵੀ ਪ੍ਰੋਫੈਸ਼ਨ ਵਿੱਚ ਅਸੀਂ ਕੰਮ ਕਰ ਰਹੇ ਹਾਂ, ਸਾਡਾ ਪ੍ਰੋਫੈਸ਼ਨਲ ਫਰੰਟ ਹੈ ਉਹ ਸਟਰੋਂਗ ਹੋਣਾ ਚਾਹੀਦਾ, ਵਧੀਆ ਹੋਣਾ ਚਾਹੀਦਾ। ਨੈਕਸਟ ਹੈ ਗੁੱਡ ਕੰਟਰੋਲ ਓਵਰ ਬਾਡੀ ਐਂਡ ਮਾਈਂਡ। ਦੇਖੋ ਅਸੀਂ ਕਿੰਨੀਆਂ ਚੀਜ਼ਾਂ ਨੂੰ ਮੈਨੇਜ ਕਰਦੇ ਹਾਂ। ਸਾਡਾ ਜਿਹੜਾ ਪੂਰਾ ਆਪਣੇ ਮਤਲਬ ਬਾਡੀ ਐਂਡ ਮਾਈਂਡ ਉੱਪਰ ਪੂਰਾ ਕੰਟਰੋਲ ਹੋਣਾ ਚਾਹੀਦਾ। ਜਿਵੇਂ ਕਿ ਆਪਣੇ ਬਾਡੀ ਉੱਪਰ ਖਾਣ ਪੀਣ ਦਾ ਧਿਆਨ ਰੱਖ ਕੇ ਅਸੀਂ ਆਪਣੀ ਮਤਲਬ ਬਾਡੀ ਨੂੰ ਕੰਟਰੋਲ ਵਿੱਚ ਰੱਖ ਸਕਦੇ ਹਾਂ, ਐਂਡ ਮਾਈਂਡ ਨੂੰ ਵੀ ਕੰਟਰੋਲ ਵਿੱਚ ਰੱਖਣਾ, ਸਟਰੈਸ ਫਰੀ ਰੱਖਣਾ ਹੁੰਦਾ। ਮੈਨੇਜਮੈਂਟ, ਹਰ ਇੱਕ ਚੀਜ਼ ਨੂੰ, ਜਿਵੇਂ ਕਿ ਪਹਿਲਾਂ ਗੱਲ ਕੀਤੀ ਹੈ, ਬਾਡੀ ਐਂਡ ਮਾਈਂਡ ਨੂੰ ਕੰਟਰੋਲ ਕਰਨਾ ਅਤੇ ਬਹੁਤ ਸਾਰੀਆਂ ਚੀਜ਼ਾਂ ਨੂੰ ਮੈਨੇਜ ਕਰਨਾ। ਇਹਨਾਂ ਦੇ ਵਿੱਚ ਸਾਰੀਆਂ ਚੀਜ਼ਾਂ ਨੂੰ ਆ ਜਾਂਦੀ ਕਿ ਬਹੁਤ ਚੀਜ਼ਾਂ ਨੂੰ ਅਸੀਂ ਮੈਨੇਜ ਕਰ ਰਹੇ ਹਾਂ, ਉਹਨਾਂ ਨੂੰ ਮੈਨੇਜਮੈਂਟ ਕਹਿੰਦੇ ਨੇ, ਜਿਹੜੀਆਂ ਸਾਡੀ ਪਰਸਨੈਲਿਟੀ ਦਾ ਹਿੱਸਾ ਹੁੰਦੇ ਨੇ। ਨੈਕਸਟ ਅਸੀਂ ਗੱਲ ਕਰਦੇ ਹਾਂ ਜੀ
ਗੁੱਡ ਪਰਸਨੈਲਿਟੀ ਨੀਡਸ। ਇਹਨਾਂ ਮੈਨੂੰ ਲੱਗਦਾ ਕਿ ਇਹਨਾਂ ਸਾਰੀਆਂ ਚੀਜ਼ਾਂ ਦਾ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਹੈ ਕਿ ਸਾਨੂੰ ਵਧੀਆ ਪਰਸਨੈਲਿਟੀ ਲਈ ਇਹਨਾਂ ਸਾਰੀਆਂ ਚੀਜ਼ਾਂ ਦੀ ਲੋੜ ਹੁੰਦੀ ਹੈ। ਇਹਨਾਂ ਸਾਰੀਆਂ ਦੀ ਰਿਕੁਆਇਰਮੈਂਟ ਹੈ ਜੋ ਵੀ ਅਸੀਂ ਨਾ ਵਧੀਆ ਜਿਹੜੀ ਪਰਸਨੈਲਿਟੀ ਬਣਾ ਸਕਦੇ ਹਾਂ। ਗੁੱਡ ਪਰਸਨੈਲਿਟੀ ਨੀਡਸ। ਗੁੱਡ ਪਰਸਨੈਲਿਟੀ ਦੇ ਵਿੱਚ ਸਭ ਤੋਂ ਪਹਿਲਾਂ ਜਿਵੇਂ ਸਾਡੇ ਬੇਸਿਕਲੀ ਨੀਡਸ ਹੁੰਦੀਆਂ ਨੇ ਰੋਟੀ, ਕੱਪੜਾ ਔਰ ਮਕਾਨ, ਉਸ ਤਰ੍ਹਾਂ ਜਿਵੇਂ ਹੈਲਦੀ ਬੋਡੀ ਐਂਡ ਹੈਲਦੀ ਮਾਈਂਡ ਸਾਡੀ ਪਰਸਨੈਲਿਟੀ ਲਈ ਬਹੁਤ ਜ਼ਰੂਰੀ ਹੁੰਦਾ ਹੈ। ਜਿਵੇਂ ਕਿ ਸਾਡੀ ਜਿਹੜੀ ਸਿਹਤ ਹੈ ਉਹ ਤੰਦਰੁਸਤ ਹੋਣੀ ਚਾਹੀਦੀ ਹੈ, ਜਿਹੜਾ ਸਾਡਾ ਮਾਈਂਡ ਹੈ ਉਹ ਰਿਲੈਕਸ, ਸਟਰੈਸ ਫਰੀ ਹੋਣਾ ਚਾਹੀਦਾ ਹੈ। ਤਾਂ ਇਸ ਬੋਡੀ ਐਂਡ ਮਾਈਂਡ ਨੂੰ ਰਿਲੈਕਸ ਰੱਖਣ ਲਈ ਸਾਨੂੰ ਕਿਹੜੇ ਟਿਪਸ ਦਾ ਧਿਆਨ ਰੱਖਣਾ ਚਾਹੀਦਾ ਹੈ, ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਉਸ ਦੇ ਬਾਰੇ ਅਸੀਂ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਹੈਲਦੀ ਬੋਡੀ ਬਾਰੇ, ਕਿਉਂਕਿ ਸਾਡੀ ਜਿਹੜੀ ਹੈਲਦੀ ਬੋਡੀ ਹੈ, ਸਾਡੀ ਫਿਜ਼ੀਕਲ ਫਿਟਨੈਸ ਹੈ ਉਹ ਬਹੁਤ ਜ਼ਰੂਰੀ ਹੈ ਪਰਸਨੈਲਿਟੀ ਵਾਸਤੇ। ਤਾਂ ਹੈਲਦੀ ਬੋਡੀ ਵਾਸਤੇ ਸਾਨੂੰ ਸਭ ਤੋਂ ਪਹਿਲਾਂ ਨਿਊਟ੍ਰੀਸ਼ਨ, ਜਿਵੇਂ ਕਿ ਅਸੀਂ ਜਿਹੜਾ ਸਾਡਾ ਖਾਣਾ ਪੀਣਾ, ਸਾਡੀ ਜਿਹੜੀ ਡਾਈਟ ਹੈ ਉਹ ਪ੍ਰੋਪਰ ਵਧੀਆ ਹੋਣੀ ਚਾਹੀਦੀ ਹੈ। ਅਤੇ ਸਾਨੂੰ ਦਾਲ, ਰੋਟੀ, ਸਬਜ਼ੀ, ਹਰੀਆਂ ਸਬਜ਼ੀਆਂ, ਦੁੱਧ, ਦਹੀਂ, ਫਰੂਟ, ਜੂਸ ਵਗੈਰਾ ਦੀ ਸਭ ਤੋਂ ਵੱਧ ਵਰਤੋਂ ਕਰਨੀ ਚਾਹੀਦੀ ਹੈ। ਐਂਡ ਫਾਸਟ ਫੂਡ ਨੂੰ ਅਵੋਇਡ ਕਰਨਾ ਚਾਹੀਦਾ ਤਾਂ ਜੋ ਸਾਡਾ ਮਤਲਬ ਬੋਡੀ ਉੱਪਰ ਕੰਟਰੋਲ ਵੀ ਬਣਿਆ ਰਹੇ ਅਤੇ ਅਸੀਂ ਠੀਕ ਰਹਿੰਦੇ ਹਾਂ। ਪਰਸਨਲ ਹਾਈਜੀਨ, ਸਾਡੀ ਖੁਦ ਦੀ ਜਿਹੜੀ ਪ੍ਰੋਪਰ ਕੇਅਰ ਹੋਣੀ ਚਾਹੀਦੀ ਹੈ। ਜਿਵੇਂ ਰੂਟੀਨ ਦੇ ਵਿੱਚ ਅਸੀਂ ਆਪਣੇ ਆਪ ਦੀ ਸਫਾਈ ਤੋਂ ਬਿਨਾਂ ਨਹਾਉਣਾ, ਹੇਅਰ ਸਟਾਈਲਿੰਗ ਦਾ, ਤਾਂ ਐਂਡ ਡਰੈਸਿੰਗ ਸੈਂਸ ਹੋ ਗਈ ਸਾਡੀ, ਆਪਣੇ ਆਪ ਦੀ ਸਫਾਈ, ਕੱਪੜਿਆਂ ਦੀ ਸਫਾਈ, ਜੋ ਕਿ ਸਾਡੀ ਪਰਸਨੈਲਿਟੀ ਦੇ ਵਿੱਚ ਬਹੁਤ ਜ਼ਿਆਦਾ ਮਾਇਨੇ ਰੱਖਦੇ ਨੇ। ਇਹਨਾਂ ਦਾ ਸਫਾਈ ਦਾ ਧਿਆਨ ਰੱਖਣਾ ਚਾਹੀਦਾ ਹੈ। ਐਂਡ ਨੈਕਸਟ ਐਕਸਰਸਾਈਜ਼, ਇਹਦੇ ਵਿੱਚ ਜਿਵੇਂ ਯੋਗਾ, ਪ੍ਰਾਣਾਯਾਮ, ਜਿਮ, ਐਰੋਬਿਕਸ, ਵਾਕਿੰਗ ਐਂਡ ਜੋਗਿੰਗ। ਜਿਵੇਂ ਅਸੀਂ ਹੁਣ ਖਾਣਾ ਤਾਂ ਖਾ ਲੈਂਦੇ ਹਾਂ, ਅਸੀਂ ਹੈਵੀ ਫੂਡ ਵੀ ਖਾ ਲੈਂਦੇ ਹਾਂ, ਪਰ ਉਸਨੂੰ ਸਹੀ ਜਗ੍ਹਾ ਯੂਟੀਲਾਈਜ਼ ਕਰਨਾ, ਉਹ ਅਸੀਂ ਕਿਸ ਤਰ੍ਹਾਂ ਕਰਨਾ ਹੈ। ਜਿਵੇਂ ਸਾਨੂੰ ਇਸ ਤਰ੍ਹਾਂ ਦੀ ਐਕਸਰਸਾਈਜ਼ ਕਰਨੀ ਹੈ, ਯੋਗਾ ਕਰਨਾ ਹੈ, ਜਿਮ ਜਾ ਰਹੇ ਹਾਂ, ਅਸੀਂ ਵਾਕਿੰਗ ਕਰ ਰਹੇ ਹਾਂ, ਤਾਂ ਸਾਡੀ ਰੂਟੀਨ ਦੇ ਵਿੱਚ ਇਸ ਤਰ੍ਹਾਂ ਦੀ ਵਧੀਆ ਰੂਟੀਨ ਬਣੀ ਹੋਣੀ ਚਾਹੀਦੀ ਹੈ ਐਕਸਰਸਾਈਜ਼ ਲਈ ਵੀ, ਜਿਸ ਨਾਲ ਜਿਹੜਾ ਸਾਡਾ ਸਰੀਰ ਹੈ ਉਹ ਫਿੱਟ ਬਣਿਆ ਰਹੇ ਅਤੇ ਅਸੀਂ ਤੰਦਰੁਸਤ ਰਹਿ ਸਕੀਏ। ਹੈਲਦੀ ਮਾइंड तभी होएगा जब हम स्ट्रेस फ्री होंगे। ਜੇਕਰ ਅਸੀਂ ਸਟਰੈਸ ਫਰੀ ਰਹਿੰਦੇ ਹਾਂ, ਟੈਨਸ਼ਨ ਫਰੀ ਰਹਿੰਦੇ ਹਾਂ, ਤਾਂ ਹੀ ਅਸੀਂ ਜਿਹੜਾ ਸਾਡਾ ਮਾਈਂਡ ਹੈ ਉਹ ਹੈਲਦੀ ਹੋਏਗਾ। ਐਂਡ ਸਾਨੂੰ ਟੈਨਸ਼ਨ ਫਰੀ ਐਂਡ ਸਟਰੈਸ ਫਰੀ ਰਹਿਣਾ ਚਾਹੀਦਾ। ਬੀ ਕਾਮ ਐਂਡ ਕੂਲ, ਸਾਨੂੰ ਹਰ ਗੱਲ 'ਤੇ ਨਿੱਕੀ ਗੱਲ 'ਤੇ ਭੜਕਣਾ ਨਹੀਂ ਚਾਹੀਦਾ। ਜੇਕਰ ਅਸੀਂ ਹਰ ਗੱਲ 'ਤੇ ਭੜਕਦੇ ਹਾਂ, ਗੁੱਸਾ ਆਉਂਦਾ, ਤਾਂ ਹਰ ਇੱਕ ਮਤਲਬ ਪ੍ਰੋਬਲਮ ਦਾ ਜਿਹੜਾ ਸਲਿਊਸ਼ਨ ਹੈ ਸਾਨੂੰ ਸ਼ਾਂਤੀ ਨਾਲ, ਠੰਡੇ ਦਿਮਾਗ ਨਾਲ ਸੋਚ ਕੇ ਹੀ ਕਰਨਾ ਚਾਹੀਦਾ। ਡੂ ਮੈਡੀਟੇਸ਼ਨ, ਸਾਨੂੰ ਆਪਣੇ ਜਿਹੜਾ ਮਾਈਂਡ ਦੀ ਰਿਲੈਕਸੇਸ਼ਨ ਲਈ, ਸਟਰੈਸ ਜਾਂ ਟੈਨਸ਼ਨ ਨੂੰ ਘੱਟ ਕਰਨ ਲਈ 5 to 7 ਮਿੰਟ ਤੱਕ ਡੇਲੀ ਮੈਡੀਟੇਸ਼ਨ ਕਰਨਾ ਚਾਹੀਦਾ। ਐਂਡ ਨੈਕਸਟ ਹੈ ਪੋਜ਼ੀਟਿਵ ਐਟੀਟਿਊਡ। ਜਿਵੇਂ ਹਰ ਇੱਕ ਚੀਜ਼ ਸਾਡੇ ਕੰਟਰੋਲ 'ਚ ਨਹੀਂ ਹੁੰਦੀ, ਤਾਂ ਤੁਸੀਂ ਇਹ ਸੋਚੋ ਕਿ ਜੋ ਵੀ ਹੋ ਰਿਹਾ ਚੰਗੇ ਲਈ ਹੋ ਰਿਹਾ। ਕਦੇ ਵੀ ਆਪਣੇ ਦਿਮਾਗ ਦੇ ਵਿੱਚ ਨੈਗੇਟਿਵ ਥਿੰਕਿੰਗ, ਨੈਗੇਟਿਵ ਚੀਜ਼ਾਂ ਨਾ ਲੈ ਕੇ ਆਓ, ਪੋਜ਼ੀਟਿਵ ਸੋਚੋ, ਪੋਜ਼ੀਟਿਵ ਕਰੋ। ਡੋਂਟ ਵਰੀ ਅਬਾਊਟ ਸਮਾਲ ਥਿੰਗਸ, ਛੋਟੀਆਂ ਗੱਲਾਂ ਬਾਰੇ ਜਿਵੇਂ ਅਸੀਂ ਸੋਚਦੇ ਹਾਂ, ਟੈਨਸ਼ਨ ਲੈਂਦੇ ਹਾਂ, ਜਿਸ ਨਾਲ ਸਾਡਾ ਜਿਹੜਾ ਸਟਰੈਸ ਹੈ ਉਹ ਵੱਧ ਜਾਂਦਾ, ਜਿਸ ਨਾਲ ਜਿਹੜਾ ਸਾਡਾ ਮਾਈਂਡ ਆ ਉਹ ਹੈਲਦੀ ਨਹੀਂ ਰਹਿੰਦਾ। ਤਾਂ ਇਹਨਾਂ ਦੀ ਮਤਲਬ ਪ੍ਰੋਪਰ ਸਾਡੀ ਇਹਦੀ ਟੈਨਸ਼ਨ ਤੋਂ ਫਰੀ ਹੋਣ ਲਈ ਸਾਨੂੰ ਇਹਨਾਂ ਚੀਜ਼ਾਂ ਦਾ ਮਤਲਬ ਕੀ ਹੈ ਇਫੈਕਟ ਹੈ ਜਿਹੜਾ ਘੱਟ ਕਰਨਾ ਚਾਹੀਦਾ। ਨਿੱਕੀਆਂ ਗੱਲਾਂ 'ਤੇ ਭੜਕਣਾ ਨਹੀਂ ਚਾਹੀਦਾ, ਤਾਂ ਜੋ ਜਿਹੜਾ ਸਾਡਾ ਮਾਈਂਡ ਹੈ ਉਹ ਫਰੈਸ਼ ਰਹੇ, ਰਿਲੈਕਸ ਰਹੇ। ਬੀ ਫੋਕਸਡ ਐਂਡ ਕਲੀਅਰ, ਜੋ ਵੀ ਅਸੀਂ ਕੰਮ ਕਰ ਰਹੇ ਹਾਂ, ਜੋ ਵੀ ਸਾਡੀ ਡਿਊਟੀ ਹੈ, ਜੋ ਅਸੀਂ ਕਰਤੱਵ ਜਾਂ ਰੂਲ ਦਾ ਫੋਲੋ ਕਰ ਰਹੇ ਹਾਂ, ਉਸ ਨੂੰ ਅਸੀਂ ਵੀ ਫੋਕਸਡ ਐਂਡ ਕਲੀਅਰ ਕਰਨਾ ਚਾਹੀਦਾ। ਹਰ ਇੱਕ ਕੰਮ ਨੂੰ ਵੀ ਦੇਖਣਾ ਚਾਹੀਦਾ, ਜਿੱਥੇ ਵੀ ਅਸੀਂ ਕੰਮ ਕਰ ਰਹੇ ਹਾਂ ਕਿ ਅਸੀਂ ਕਿਸ ਤਰੀਕੇ ਨਾਲ ਕਰ ਰਹੇ ਹਾਂ, ਸਹੀ ਤਰੀਕੇ ਨਾਲ ਹੀ ਕਰੋ। ਵਾਟ ਇਜ਼ ਪਰਸਨੈਲਿਟੀ ਡਿਵੈਲਪਮੈਂਟ, ਹੁਣ ਅਸੀਂ ਦੇਖਦੇ ਹਾਂ ਕਿ ਪਰਸਨੈਲਿਟੀ ਕੀ ਹੁੰਦੀ ਹੈ। ਠੀਕ ਹੈ, ਜਿਵੇਂ ਕਿ ਪਰਸਨੈਲਿਟੀ ਸਾਡੇ ਅੰਦਰ ਇੱਕ ਤਰ੍ਹਾਂ ਦੀ ਸਕਿੱਲ ਹੁੰਦੀ ਹੈ, ਜੋ ਵੀ ਸਾਡੇ ਰਿਲੇਸ਼ਨਸ਼ਿਪ ਨੇ ਹੁੰਦੇ ਨੇ, ਜਿਵੇਂ ਪਹਿਲਾਂ ਗੱਲ ਕੀਤੀ ਹੈ, ਉਹਨਾਂ ਨਾਲ ਸਾਡਾ ਜਿਹੜੀ ਡੀਲਿੰਗ ਹੈ ਉਹ ਕਿਸ ਤਰ੍ਹਾਂ ਦੀ ਹੈ। ਪਰਸਨੈਲਿਟੀ ਸਾਡੇ ਸਿਰਫ ਅਸੀਂ ਆਪਣੇ ਡਰੈਸਿੰਗ ਸੈਂਸ ਤੋਂ ਜੱਜ ਨਹੀਂ ਕਰ ਸਕਦੇ, ਸਾਡਾ ਜਿਹੜਾ ਬਿਹੇਵੀਅਰ ਹੈ, ਬੋਲ ਚਾਲ ਦਾ ਤਰੀਕਾ ਹੈ, ਕਿਸੇ ਨਾਲ ਗੱਲ ਕਰਨ ਦਾ ਤਰੀਕਾ ਹੈ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੁੰਦਾ ਹੈ। ਪਰਸਨੈਲਿਟੀ ਡਿਵੈਲਪਮੈਂਟ ਇਜ਼ ਦ ਇੰਪੋਰਟੈਂਟ ਆਫ ਬਿਹੇਵੀਅਰ traits such as communication skill, interpersonal relationship, professional front-end attitude towards life, and restoring our activism। ਜਿਵੇਂ ਕਿ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਆ ਜਾਂਦੀਆਂ ਨੇ, ਜਿਹੜੇ ਸਾਡੇ ਅੰਦਰ ਬਹੁਤ ਤਰ੍ਹਾਂ ਦੀ ਸਕਿੱਲ ਹੁੰਦੀ ਹੈ, ਜੋ ਸਾਡੇ ਰਿਲੇਸ਼ਨਸ਼ਿਪ ਹੁੰਦੇ ਨੇ ਉਹਨਾਂ ਸਭ ਦੀ ਇੰਪਰੂਵਮੈਂਟ। ਜਿਵੇਂ ਅਸੀਂ ਹਰ ਇੱਕ ਚੀਜ਼ ਦੀ ਸਾਡੇ ਅੰਦਰ ਇੰਪਰੂਵਮੈਂਟ ਹੋਣੀ ਚਾਹੀਦੀ ਹੈ। ਜਿਵੇਂ ਅਸੀਂ ਪੂਰੇ ਓਵਰਆਲ ਬੋਡੀ ਦਾ ਜਿਹੜਾ ਬਿਹੇਵੀਅਰ ਦਾ ਇੰਪਰੂਵਮੈਂਟ ਹੈ। ਐਂਡ ਕਮਿਊਨੀਕੇਸ਼ਨ ਸਕਿੱਲ, ਜੋ ਗੱਲਬਾਤ ਕਰਨ ਦਾ ਤਰੀਕਾ ਹੈ, ਬੋਲ ਚਾਲ ਹੈ, ਰਿਲੇਸ਼ਨਸ਼ਿਪ ਜਿਵੇਂ ਸਾਡੀ
ਫੈਮਿਲੀ, ਫਰੈਂਡਸ ਐਂਡ ਪ੍ਰੋਫੈਸ਼ਨਲ ਫਰੰਟਸ ਵਿੱਚ ਜੋ ਵੀ ਸਾਡੇ ਰਿਲੇਸ਼ਨਸ਼ਿਪ ਨੇ ਉਹਨਾਂ ਦੀ ਇੰਪਰੂਵਮੈਂਟ, ਸਾਡੀ ਲਾਈਫ ਦੇ ਪ੍ਰਤੀ ਵੀ ਉਹਨਾਂ ਦਾ ਕੀ ਰਵੱਈਆ ਹੈ, ਸਾਡਾ ਉਹਨਾਂ ਪ੍ਰਤੀ ਕੀ ਰਵੱਈਆ ਹੈ ਐਂਡ ਐਟੀਟਿਊਡ ਹੈ, ਮੋਰਲ ਵੈਲਿਊਜ਼ ਹੈ। ਐਂਡ ਇਸ ਤੋਂ ਇਲਾਵਾ ਵੀ ਇਹਨਾਂ ਸਾਰੀਆਂ ਚੀਜ਼ਾਂ ਦਾ ਸਾਨੂੰ ਜਿਹੜੇ ਹੋਰ ਵੀ ਬਹੁਤ ਸਾਰੇ ਪ੍ਰਿੰਸੀਪਲਸ ਨੇ, ਸਿਧਾਂਤ ਨੇ ਜਿਹੜੇ ਸਾਡੇ ਇਹਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਰੱਖਦੇ ਨੇ, ਜਿਨ੍ਹਾਂ ਨਾਲ ਅਸੀਂ ਪਰਸਨੈਲਿਟੀ ਡਿਵੈਲਪ ਕਰ ਸਕਦੇ ਹਾਂ। ਪਰਸਨੈਲਿਟੀ ਡਿਵੈਲਪਮੈਂਟ ਇਜ਼ ਆਲ ਅਬਾਊਟ। ਤਾਂ ਇਸ ਦੇ ਵਿੱਚ ਕੀ ਹੋਣਾ ਚਾਹੀਦਾ ਹੈ, ਪਰਸਨੈਲਿਟੀ ਦੇ ਵਿੱਚ ਸਾਨੂੰ ਕਿਹੜੀਆਂ ਚੀਜ਼ਾਂ ਹੁੰਦੀਆਂ, ਜਿਵੇਂ ਅਸੀਂ ਪਹਿਲਾਂ ਗੱਲ ਕਰ ਚੁੱਕੇ ਹਾਂ। ਤਾਂ ਇਸ ਵਿੱਚ ਜਿਵੇਂ ਪਬਲਿਕ ਸਪੀਕਿੰਗ, ਪਬਲਿਕ ਦੇ ਵਿੱਚ ਜਿਵੇਂ ਅਸੀਂ ਕਿਸ ਤਰ੍ਹਾਂ ਗੱਲ ਕਰ ਰਹੇ ਹਾਂ, ਕਿਸ ਤਰ੍ਹਾਂ ਚੀਜ਼ਾਂ ਨੂੰ ਡੀਲ ਕਰ ਰਹੇ ਹਾਂ। ਬੋਡੀ ਲੈਂਗੁਏਜ ਦੇ ਵਿੱਚ ਜਿਵੇਂ ਅਸੀਂ ਕਿਸੇ ਨਾਲ ਗੱਲ ਕਰਨ ਸਮੇਂ ਕਿਸ ਤਰ੍ਹਾਂ ਖੜ੍ਹਦੇ ਹਾਂ, ਸਾਡਾ ਖੜ੍ਹਨ ਦਾ ਤਰੀਕਾ, ਜਾਂ ਅਸੀਂ ਕਿਸ ਤਰ੍ਹਾਂ ਹੱਥ ਪੈਰ ਹਿਲਾ ਰਹੇ ਹਾਂ, ਕਿਸ ਤਰ੍ਹਾਂ ਦੇ ਇਸ਼ਾਰੇ ਕਰ ਰਹੇ ਹਾਂ, ਇਹ ਜਿਹੜੀ ਸਾਡੀ ਬੋਡੀ ਲੈਂਗੁਏਜ ਵੀ ਬਹੁਤ ਮਾਇਨੇ ਰੱਖਦੀ ਹੈ। ਬਿਹੇਵੀਅਰ ਇਸ ਦੇ ਵਿੱਚ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ। ਜਿਵੇਂ ਕਿ ਸਾਡਾ ਜਿਹੜਾ ਬਿਹੇਵੀਅਰ ਤੋਂ ਹੀ ਸਾਨੂੰ ਲੋਕ ਯਾਦ ਰੱਖਦੇ ਨੇ, ਸਾਡਾ ਜਿਹੜਾ ਬਿਹੇਵੀਅਰ ਆ ਉਹ ਵਧੀਆ ਹੋਣਾ ਚਾਹੀਦਾ ਹੈ। ਘਰ ਬਾਰ, ਆਫਿਸ 'ਚ ਕਿਤੇ ਵੀ ਅਸੀਂ ਕੰਮ ਕਰ ਰਹੇ ਹਾਂ ਤਾਂ ਦੂਸਰਿਆਂ ਨੂੰ ਲੈ ਕੇ ਸਾਡਾ ਜਿਹੜਾ ਉਹਨਾਂ ਨਾਲ ਗੱਲ ਕਰਨ ਦਾ ਤਰੀਕਾ ਵਧੀਆ ਹੋਣਾ ਚਾਹੀਦਾ ਹੈ। ਐਂਡ ਐਂਗਰ ਮੈਨੇਜਮੈਂਟ, ਕਈ ਲੋਕਾਂ ਨੂੰ ਬਹੁਤ ਜਲਦੀ ਗੁੱਸਾ ਆਉਂਦਾ ਹੈ, ਅਸੀਂ ਗੁੱਸੇ ਦੇ ਵਿੱਚ ਬਹੁਤ ਜ਼ਿਆਦਾ ਕਈ ਵਾਰੀ ਗਲਤ ਡਿਸੀਜ਼ਨ ਵੀ ਲੈ ਲੈਂਦੇ ਹਾਂ, ਪਰ ਸਾਨੂੰ ਗੁੱਸੇ ਨਾਲ ਕਦੇ ਕੋਈ ਕੰਮ ਜਾਂ ਕੋਈ ਵੀ ਫੈਸਲਾ ਨਹੀਂ ਕਰਨਾ ਚਾਹੀਦਾ। ਹਮੇਸ਼ਾ ਸਾਨੂੰ ਸ਼ਾਂਤ ਵੀ ਰਹਿ ਕੇ ਹੀ ਕੰਮ ਕਰਨਾ ਚਾਹੀਦਾ ਹੈ। ਫਿਜ਼ੀਕਲ ਫਿਟਨੈਸ ਸਾਡੀ ਜਿਹੜੀ ਹੋਣੀ ਚਾਹੀਦੀ ਹੈ, ਜਿਸ ਨਾਲ ਸਾਡੀ ਪਰਸਨੈਲਿਟੀ ਵਧੀਆ ਰਹਿੰਦੀ ਹੈ। ਫੂਡ ਹੈਬਿਟ ਜਿਵੇਂ ਕਿ ਸਾਡੀ ਜਿਹੜੀ ਵਧੀਆ ਹੋਣੀ ਚਾਹੀਦੀ ਹੈ, ਬੋਡੀ 'ਤੇ ਕੰਟਰੋਲ ਹੋਣਾ ਚਾਹੀਦਾ ਹੈ। ਫਾਸਟ ਫੂਡ ਨੂੰ ਅਵੋਇਡ ਕਰਨਾ ਚਾਹੀਦਾ ਹੈ। ਐਂਡ ਫਰੈਂਡ ਮੇਕਿੰਗ ਸਕਿੱਲਸ, ਸਾਡੇ ਅੰਦਰ ਦੇਖੋ ਇਹ ਫਰੈਂਡ ਮੇਕਿੰਗ ਸਕਿੱਲ ਸਭ ਦੇ ਅੰਦਰ ਹੁੰਦਾ ਹੈ, ਪਰ ਵਧੀਆ ਫਰੈਂਡ ਇਸ ਤਰ੍ਹਾਂ ਦੇ ਫਰੈਂਡਸ ਬਣਾਓ ਜੋ ਤੁਹਾਡੇ ਪਰਸਨੈਲਿਟੀ ਡਿਵੈਲਪਮੈਂਟ ਵਿੱਚ ਤੁਹਾਡੇ ਹੈਲਪਫੁਲ ਹੋਣ ਐਂਡ ਤੁਹਾਡੇ ਨੈਕਸਟ ਸਕਸੈਸ ਐਂਡ ਲਾਈਫ ਦੇ ਵਿੱਚ ਵੀ ਤੁਹਾਡੇ ਹੈਲਪਫੁਲ ਹੋਣ। ਉਸ ਤਰ੍ਹਾਂ ਦੇ ਤੁਸੀਂ ਆਪਣੇ ਫਰੈਂਡ ਸਰਕਲ ਦੇ ਵਿੱਚ ਰਹੋ। ਲਿਸਨਿੰਗ ਸਕਿੱਲ ਇੱਕ ਜਿਵੇਂ ਸਾਡੇ ਅੰਦਰ ਸਿੱਖਣ ਦੀ ਚਾਹਤ ਜਿਹੜੀ ਹੈਗੀ ਹੈ, ਸਾਨੂੰ ਉਹੀ ਬਹੁਤ ਕੁਝ ਸਿਖਾਉਂਦੀ ਹੈ। ਸਿੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਸਾਡੇ ਸਕਸੈਸ ਲਈ ਬਹੁਤ ਜ਼ਰੂਰੀ ਹੈ। ਰਿਲੇਸ਼ਨਸ਼ਿਪ ਸਕਿੱਲ, ਕਿਸੇ ਵੀ ਤਰ੍ਹਾਂ ਦੇ ਰਿਲੇਸ਼ਨਸ਼ਿਪ ਵਿੱਚ ਅਸੀਂ ਕਿਸ ਤਰ੍ਹਾਂ ਰਹਿ ਰਹੇ ਹਾਂ, ਕਿਸ ਤਰ੍ਹਾਂ ਡੀਲ ਕਰ ਰਹੇ ਹਾਂ, ਉਸ ਤਰ੍ਹਾਂ ਨੂੰ ਅਸੀਂ ਕਿੰਨੇ ਟਾਈਮ ਤੱਕ ਰੱਖਣਾ ਚਾਹੁੰਦੇ ਹਾਂ, ਇਹ ਹਰ ਇੱਕ ਚੀਜ਼ ਹੈ ਜਿਹੜੀ ਇਹਨੂੰ ਸਾਨੂੰ ਪਤਾ ਹੋਣੀ ਚਾਹੀਦੀ ਹੈ। ਕਮਿਊਨੀਕੇਸ਼ਨ ਮੇਨ ਹੈ ਕਿ ਜਿਹੜਾ ਬਿਹੇਵੀਅਰ ਹੈ, ਸਾਡੇ ਐਕਸਚੇਂਜ ਆਫ ਵਿਊਜ਼, ਗੱਲਬਾਤ ਕਰਨ ਦਾ ਤਰੀਕਾ ਹੈ ਸਾਡਾ ਵਧੀਆ ਹੋਣਾ ਚਾਹੀਦਾ ਹੈ। ਦੂਜਿਆਂ ਨਾਲ ਸਾਨੂੰ ਵਧੀਆ ਤਰੀਕੇ ਨਾਲ ਗੱਲਬਾਤ ਕਰਨੀ ਚਾਹੀਦੀ ਹੈ। ਡੀਲਿੰਗ ਵਿਦ ਪ੍ਰੋਬਲਮਸ, ਹਰ ਇੱਕ ਪ੍ਰੋਬਲਮ, ਹਰ ਇੱਕ ਸਿਚੁਏਸ਼ਨ ਦੇ ਵਿੱਚ ਕਦੇ ਵੀ ਘਬਰਾਓ ਨਾ। ਹਰ ਇੱਕ ਸਿਚੁਏਸ਼ਨ ਦਾ, ਹਰ ਇੱਕ ਪ੍ਰੋਬਲਮ ਦਾ ਜਿਹੜਾ ਸਲਿਊਸ਼ਨ ਹੈ ਵਧੀਆ ਪੋਜ਼ੀਟਿਵ ਤਰੀਕੇ ਨਾਲ ਲਓ। ਪਰਸਨੈਲਿਟੀ ਡਿਵੈਲਪਮੈਂਟ ਇਜ਼ ਆਲ ਅਬਾਊਟ, ਜਿਹੜਾ ਤੁਹਾਨੂੰ ਮੈਂ ਸਾਰੇ ਇਹਨਾਂ ਚੀਜ਼ਾਂ ਬਾਰੇ ਦੱਸ ਦਿੱਤਾ। ਆਈ ਹੋਪ ਕਿ ਤੁਹਾਨੂੰ ਇਹ ਸਾਰੀਆਂ ਗੱਲਾਂ ਸਮਝ ਆ ਚੁੱਕੀਆਂ ਹੋਣੀਆਂ ਕਿ ਇਹ ਸਾਰੀਆਂ ਚੀਜ਼ਾਂ ਸਾਡੇ ਲਈ ਬਹੁਤ ਮੈਟਰ ਕਰਦੀਆਂ ਨੇ ਜੇਕਰ ਅਸੀਂ ਆਪਣੀ ਪਰਸਨੈਲਿਟੀ ਜਿਹੜੀ ਉਹ ਵਧੀਆ ਬਣਾਉਣੀ ਚਾਹੁੰਦੇ ਹਾਂ। ਤਾਂ ਇਸ ਤੋਂ ਬਿਨਾਂ ਜੇਕਰ ਅਸੀਂ ਪਰਸਨੈਲਿਟੀ ਲਈ ਕੁਛ ਸਰਚ ਕਰਦੇ ਹਾਂ ਤਾਂ ਸਾਨੂੰ ਕੀ ਕਰਨਾ ਚਾਹੀਦਾ, ਕੀ ਕਰਨਾ ਚਾਹੀਦਾ ਹੈ, ਵਾਟ ਟੂ ਡੂ, ਅਸੀਂ ਕੀ ਕਰ ਸਕਦੇ ਹਾਂ। ਰੀਡ ਲਰਨ ਅਬਾਊਟ ਇਟ, ਸਾਨੂੰ ਅਸੀਂ ਜਿਵੇਂ ਹਰ ਇੱਕ ਚੀਜ਼ ਬਾਰੇ ਕੁਛ ਵੀ ਸਿੱਖਣਾ ਚਾਹੁੰਦੇ ਹਾਂ, ਇਹਦੇ ਬਾਰੇ ਸਰਚ ਕਰਦੇ ਹਾਂ, ਇਹਦੇ ਬਾਰੇ ਅਸੀਂ ਕੁਛ ਪੜ੍ਹ ਸਕਦੇ ਹਾਂ। ਜਿਵੇਂ ਕਿ ਬਹੁਤ ਸਾਰੇ ਜਿਹੜੇ ਸਕਸੈਸਫੁਲ ਪਰਸਨ ਨੇ ਜਿਨ੍ਹਾਂ ਦੀਆਂ ਸਟੋਰੀਜ਼ ਅਸੀਂ ਪੜ੍ਹਦੇ ਹਾਂ, ਠੀਕ ਹੈ, ਵਾਚ ਸਕਸੈਸਫੁਲ ਪਰਸਨਸ, ਠੀਕ ਹੈ, ਅਸੀਂ ਉਹਨਾਂ ਦੇ ਜਿਹੜੀ ਸਟੋਰੀਜ਼ ਦੇਖ ਸਕਦੇ ਹਾਂ, ਪੜ੍ਹ ਸਕਦੇ ਹਾਂ। ਉਹਨਾਂ ਦੀ ਜਿਹੜੀ ਪਰਸਨੈਲਿਟੀ ਬਾਰੇ ਅਸੀਂ ਦੇਖਦੇ ਹਾਂ, ਜਾਣਦੇ ਹਾਂ। ਇਹਨਾਂ ਤੋਂ ਅਸੀਂ ਹੈਲਪਫੁਲ ਮਤਲਬ ਕਿ ਇੱਕ ਮੋਟੀਵੇਸ਼ਨ ਲੈਕਚਰ ਦੇ ਤੌਰ 'ਤੇ ਇਹਨਾਂ ਤੋਂ ਅਸੀਂ ਕੁਛ ਸਿੱਖ ਸਕਦੇ ਹਾਂ ਕਿ ਅਸੀਂ ਆਪਣੀ ਜਿਹੜੀ ਪਰਸਨੈਲਿਟੀ ਦੇ ਨਾਲ ਸਕਸੈਸ ਵੀ ਕਿੱਦਾਂ ਪਾਉਣਾ, ਸਕਸੈਸ ਨਾਲ ਜਿਹੜੀ ਸਾਡੀ ਪਰਸਨੈਲਿਟੀ ਉਹ ਕਿਸ ਤਰ੍ਹਾਂ ਬਦਲਦੀ ਹੈ ਆਟੋਮੈਟਿਕਲੀ। ਇਹਨਾਂ ਸਾਰੀਆਂ ਚੀਜ਼ਾਂ ਅਸੀਂ ਇਹਨਾਂ ਤੋਂ ਸਿੱਖ ਸਕਦੇ ਹਾਂ ਜਿਹੜੀਆਂ ਹੁੰਦੀਆਂ ਨੇ ਬੁੱਕਸ ਤੋਂ, ਜਾਂ ਇਹਨਾਂ ਦੇ ਮੋਟੀਵੇਸ਼ਨ ਲੈਕਚਰ ਹੋ ਗਏ, ਜਾਂ ਕੋਈ ਸਕਸੈਸਫੁਲ ਪਰਸਨ ਹੋ ਗਏ। ਅਟੈਂਡ ਪਰਸਨੈਲਿਟੀ ਡਿਵੈਲਪਮੈਂਟ ਕਲਾਸਿਸ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਕੱਲ੍ਹ ਹਰ ਇੱਕ ਤਰ੍ਹਾਂ ਦੀਆਂ ਕਲਾਸਿਸ ਅਸੀਂ ਅਟੈਂਡ ਕਰਦੇ ਹਾਂ, ਠੀਕ ਹੈ। ਇਹਨਾਂ ਬਾਰੇ ਅਸੀਂ ਕਲਾਸਿਸ ਅਟੈਂਡ ਕਰ ਸਕਦੇ ਹਾਂ। ਵਰਕ ਔਨ ਸਕਿੱਲ ਇੰਪਰੂਵਮੈਂਟ, ਕਿਸੇ ਵੀ ਸਕਿੱਲ ਨੂੰ ਸਿੱਖਣ ਲਈ ਅਸੀਂ ਹਰ ਇੱਕ ਸਕਿੱਲ ਦੀ ਇੰਪਰੂਵਮੈਂਟ ਲਈ ਕੰਮ ਕਰਦੇ ਹਾਂ। ਤਾਂ ਸਾਨੂੰ ਕਿਸੇ ਵੀ ਤਰ੍ਹਾਂ ਦੀ ਸਕਿੱਲ ਨੂੰ ਸਿੱਖਣ ਲਈ ਜਿਹੜਾ ਹੁੰਦਾ ਮਤਲਬ ਉਸ ਸਕਿੱਲ ਦੇ ਉੱਪਰ ਕੰਮ ਕਰਨਾ ਚਾਹੀਦਾ ਹੈ, ਸਿੱਖਣਾ ਚਾਹੀਦਾ ਹੈ, ਥੋੜ੍ਹਾ ਬਹੁਤਾ ਮਤਲਬ ਉਦੋਂ ਇੰਟਰਸਟ ਵੀ ਲੈਣਾ ਚਾਹੀਦਾ ਉਹਨਾਂ ਦੇ ਵਿੱਚ, ਤਾਂ ਜਿਹੜਾ ਅਸੀਂ ਮਤਲਬ ਕਿ ਆਪਣੀ ਪਰਸਨੈਲਿਟੀ ਨੂੰ ਵਧੀਆ ਬਣਾ ਸਕਦੇ ਹਾਂ। ਆਈ ਹੋਪ ਕਿ ਤੁਹਾਨੂੰ ਇਹ ਜਿਹੜੀਆਂ ਪਰਸਨੈਲਿਟੀ ਬਾਰੇ ਮੈਂ ਗੱਲਾਂ ਦੱਸੀਆਂ ਨੇ ਕਿਉਂਕਿ ਸਾਡੀ ਸਕਸੈਸ ਲਈ ਬਹੁਤ ਜ਼ਰੂਰੀ ਨੇ, ਠੀਕ ਹੈ। ਆਈ ਹੋਪ ਕਿ ਤੁਹਾਨੂੰ ਇਹ ਸਾਰੀਆਂ ਗੱਲਾਂ ਬਹੁਤ ਪਸੰਦ ਆਈਆਂ ਹੋਣਗੀਆਂ, ਤੁਹਾਨੂੰ ਇਹ ਮਤਲਬ ਤੁਸੀਂ ਸਹੀ ਤਰੀਕੇ ਨਾਲ ਜਾਂ ਵਧੀਆ ਤਰੀਕੇ ਨਾਲ ਸਿੱਖਿਆ ਹੋਊਗਾ। ਥੈਂਕ ਯੂ।